संगीत दे 3 भाग ने जी, 3 पार्ट्स। गाउना, वजाउना ते नचना, गायन, वादन ते नृत्य। ते इन्हां तिन्नां नूं मिला के ही संगीत संपूर्ण बनता है, एक चीज नाल नहीं बनता। और संगीत दी विशेषता यह हैगी है कि संगीत किसी भी भावना नूं प्रचंड कर दिंदा है। म्यूजिक कैन elevate any emotion, whatever is, and if it is used properly, from sadness to happiness, कुछ भी है, प्रेम तो लैके युद्ध तक किसी भी भावना नूं प्रचंड प्रज्वलित कर दिंदा है। संगीत दी व्याख्या च ਉਹਦੇ ਵਿੱਚ ਗਾਉਣਾ, ਵਜਾਉਣਾ ਤੇ ਨੱਚਣਾ ਤਿੰਨੇ ਚੀਜ਼ਾਂ। ਮੈਨੂੰ ਕਿਸੇ ਨੇ ਕਿਹਾ ਸੀ ਕਿ ਸੰਗੀਤ ਜਿਹੜਾ ਨਾ ਇਹ ਜਿੱਥੇ ਕੰਜਰੀਆਂ ਦੇ ਕੋਠੇ ਹੁੰਦੇ ਸੀ, ਵੇਸ਼ਿਆਵਿਰਤੀ ਜਿੱਥੇ ਹੁੰਦੀ ਸੀ, ਉੱਥੇ ਇਹਨੂੰ ਕਾਮ ਨੂੰ ਉਕਸਾਉਣ ਵਾਸਤੇ ਵਰਤਿਆ ਜਾਂਦਾ ਸੀ। ਤੇ ਉਹ ਸਾਡੇ ਗੁਰੂ ਜੀ ਨੇ ਜਾਂ ਕਿਹਨਾਂ ਨੇ ਉੱਥੋਂ ਕੱਢ ਕੇ ਲਿਆਂਦਾ ਇਹਨੂੰ ਚੰਗੇ ਪਾਸੇ। ਮੈਂ ਕਿਹਾ ਨਹੀਂ, ਸੰਗੀਤ ਕਿਸੇ ਵੀ ਭਾਵਨਾ ਨੂੰ, ਇਨਕਲੂਡਿੰਗ ਪੈਸ਼ਨ, ਕਾਮ ਐਟਸੈਟਰਾ, ਇਹ ਪ੍ਰਚੰਡ ਕਰਦਾ, ਪਰ ਇਹ ਕਿਸੇ ਵੀ ਭਾਵਨਾ ਨੂੰ ਪ੍ਰਚੰਡ ਕਰ ਸਕਦਾ। ਜੇ ਯਾਨੀ ਜਿਹੜੀ ਤੁਹਾਡੀ ਬਾਮ ਹੈਗੀ ਹੈ, ਉਹਨੂੰ ਜੇ ਤੁਸੀਂ ਸਹੀ ਢੰਗ ਨਾਲ ਵਰਤੋ ਤਾਂ ਕਿਸੇ ਵੀ ਦਵਾਈ, ਕਿਸੇ ਵੀ ਬਿਮਾਰੀ ਤੇ ਅਸਰ ਕਰਦੀ, ਇਸ ਤਰ੍ਹਾਂ ਕਹਿ ਲਈਏ। ਸੋ ਸੰਗੀਤ ਉਹ ਚੀਜ਼ ਹੈ ਕਿ ਜਿਹੜਾ ਤੁਹਾਡੀ ਕਿਸੇ ਵੀ ਭਾਵਨਾ ਨੂੰ ਉਹਨੂੰ ਪ੍ਰਚੰਡ ਕਰ ਦਿੰਦਾ। ਪ੍ਰਚੰਡ ਸਮਝਦੇ, ਬਹੁਤ ਤੇਜ਼ ਕਰ ਦਿੰਦਾ। ਇਸ ਕਰਕੇ ਸਾਡੇ ਮਹਾਨ ਪੁਰਸ਼ਾਂ ਨੇ, ਸਾਡੇ ਵੱਡਿਆਂ ਨੇ ਇਹਨੂੰ ਭਗਤੀ ਮਾਰਗ ਵਾਸਤੇ, ਇਹਨੂੰ ਭਗਤੀ ਸੰਗੀਤ ਵਿੱਚ ਇਹਨੂੰ ਲੈ ਆਂਦਾ। ਸੰਗੀਤ ਸਿਰਫ ਭਗਤੀ ਸੰਗੀਤ ਨਹੀਂ ਹੈਗਾ, ਸੰਗੀਤ ਤੇ ਸੰਗੀਤ ਹੈ ਨਾ, ਉਹ ਤੇ ਬੜਾ ਵਿਸ਼ਾਲ ਹੈ। ਉਹਨਾਂ ਨੇ ਉਹਨੂੰ ਉਹਦੇ ਵਿੱਚ ਲੈ ਆਂਦਾ। ਉੱਥੇ ਉਹਨਾਂ ਨੇ ਭਗਤੀ ਨੂੰ ਇਹਦੇ ਨਾਲ ਪ੍ਰਚੰਡ ਕੀਤਾ। ਉਹਦੇ ਵਿੱਚ ਗਾਉਣਾ, ਵਜਾਉਣਾ, ਨੱਚਣਾ ਤਿੰਨੇ ਚੀਜ਼ਾਂ ਆ ਗਈ। ਤੁਸੀਂ ਆਪਣੇ ਨਾਮਧਾਰੀ ਦੀਵਾਨਾਂ ਦੇ ਵਿੱਚ ਦੇਖਿਆ ਨਾ, ਖੜਤਾਲਾਂ ਲੈ ਕੇ ਨਿਰਤ ਕਰਦੇ ਸੀ ਨਾ, ਤੇ ਮਸਤਾਨੇ ਹੁੰਦੇ ਸੀ। ਉਹ ਨਿਰਤ ਹੈ ਨਾ, ਨੱਚਣਾ। ਉਹ ਕੋਈ ਤਾਲ ਚ ਨੱਚਦਾ ਜਾਂ ਬੇਤਾਲੇ, ਉਹਦਾ ਕੋਈ ਮਤਲਬ ਨਹੀਂ, ਉਹ ਬਾਹਰ ਦੀਆਂ ਗੱਲਾਂ। ਸੋ ਫਿਰ ਉਹ ਯਾਨੀ ਉਹਦੇ ਵਿੱਚ ਗਾਇਆ ਵੀ ਜਾਂਦਾ ਸੀ, ਪਖਾਵਜ ਵੱਜਦਾ ਹੈ, ਢੋਲਕੀ ਵੱਜਦੀ ਹੈ, ਕੁਛ ਵੀ ਹੈ। ਗਾਇਨ, ਵਾਦਨ ਤੇ ਨ੍ਰਿਤ ਤਿੰਨੇ ਭਾਗ ਆ ਗਏ। ਉਸ ਤੋਂ ਬਾਅਦ ਫਿਰ ਅੱਗੋਂ ਉਹਦੇ ਵਿੱਚ ਸੰਗੀਤ ਦੇ ਵਿੱਚ ਉਹਨਾਂ ਨੇ ਫਿਰ ਅੱਗੋਂ ਉਹਦੇ ਕਈ ਰੂਪ ਕਰ ਦਿੱਤੇ। ਸਵੇਰ ਸ਼ਾਮ ਦਾ, ਰਾਤ ਦਾ, ਕਿਹੜੀ ਭਾਵਨਾ ਵਾਸਤੇ ਹੈ, ਮਾਰੂ ਰਾਗ ਕਦੋਂ ਵਰਜਣਾ। ਮਾਰੂ ਰਾਗ ਜਦੋਂ ਯੁੱਧ ਹੁੰਦਾ ਉਦੋਂ ਹੁੰਦਾ ਹੈ, ਜਾਂ ਜਦੋਂ ਸੋਗ ਦਾ ਹੁੰਦਾ ਉਦੋਂ ਹੁੰਦਾ। ਸੋ ਇਸ ਤਰ੍ਹਾਂ ਕਰਕੇ ਬਿਲਾਵਲ ਜਿਹੜਾ, ਬਿਲਾਵਲ ਖੁਸ਼ੀ ਵੇਲੇ ਗਾਇਆ ਜਾਂਦਾ ਹੈ। ਸਵੇਰ ਵੇਲੇ ਕਿਹੜਾ, ਉਹ ਫਿਰ ਅੱਗੋਂ ਬੜੀਆਂ ਸੂਖਮ ਕੋਮਲ ਵੱਖੋ ਵੱਖਰੇ ਮਹਾਨ ਪੁਰਸ਼ਾਂ ਵਿਦਵਾਨਾਂ ਨੇ ਉਹਦਾ ਕੀਤਾ। 2-2 ਰਾਗ, 3-3 ਰਾਗ ਮਿਲਾ ਕੇ ਕਈ ਰੂਪ ਉਹਦੇ ਬਣਾ ਦਿੱਤੇ। ਤੇ ਸੰਗੀਤ ਦਾ ਬਹੁਤ ਜ਼ਿਆਦਾ ਜਿਹੜੀ ਉਹਦੀ ਡਿਵੈਲਪਮੈਂਟ ਹੋਈ ਹੈ, ਉન્નਤੀ ਹੋਈ ਹੈ, ਉਹਦੀਆਂ ਨਵੀਆਂ ਕਾਢਾਂ ਕੱਢੀਆਂ ਗਈਆਂ ਨੇ, ਇਨਵੈਂਸ਼ਨ, ਉਹ ਸਾਰੀਆਂ ਸਾਡੇ ਭਾਰਤ ਵਿੱਚ ਹੋਈਆਂ। ਹਜ਼ਾਰਾਂ ਤਰ੍ਹਾਂ ਦੇ ਰਾਗ ਨੇ, ਸੈਂਕੜੇ ਨਹੀਂ, ਥਾਊਜ਼ੈਂਡਸ, ਹਜ਼ਾਰਾਂ ਤਰ੍ਹਾਂ ਦੇ ਰਾਗ। ਤੇ ਉਹਦੇ ਵਿੱਚ ਅੱਗੋਂ ਫਿਰ 2 ਹਿੱਸੇ ਨੇ। ਸੰਗੀਤ ਦੇ ਅੱਗੋਂ 2 ਹਿੱਸੇ ਨੇ, ਸ਼ਾਸਤਰੀ ਸੰਗੀਤ ਤੇ ਸੁਗਮ ਸੰਗੀਤ, ਕਲਾਸੀਕਲ ਮਿਊਜ਼ਿਕ ਤੇ ਲਾਈਟ ਮਿਊਜ਼ਿਕ। ਸ਼ਾਸਤਰੀ ਸੰਗੀਤ ਜਿਹੜਾ ਹੈ, ਉਹਦੇ ਵਿੱਚ ਸਾਰੇ ਧਰੁਪਦ, ਧਮਾਰ ਆਦਿ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਆਉਂਦੀਆਂ ਨੇ। ਬਹੁਤੇ ਗੂੜੇ ਰਾਗ ਵੀ ਉਹਦੇ ਵਿੱਚ ਆਉਂਦੇ ਨੇ, ਤਾਨਾ ਆਦਿ, ਅਲਾਪ,
ਇਹ ਸਭ ਕੁਝ ਉਹਦੇ ਵਿੱਚ ਆਉਂਦਾ। ਛੋਟਾ ਖਿਆਲ, ਦਾਦਰਾ ਤੇ ਠੁਮਰੀ ਆਦਿ ਇਹ ਸੁਗਮ ਸੰਗੀਤ 'ਚ, ਲਾਈਟ ਮਿਊਜ਼ਿਕ 'ਚ ਆ। ਹੁਣ ਜਿਹੜਾ ਤੁਹਾਡਾ ਪ੍ਰਸ਼ਨ ਸੀ ਕਿ ਸੰਤ ਦਰਸ਼ਨ ਸਿੰਘ ਜੀ ਦੇ ਕੀਰਤਨ ਵਿੱਚ ਰਸ ਸੀ, ਪਰ ਉਹ ਬਹੁਤਾ ਗੂੜਾ ਸੰਗੀਤ ਉਹ ਨਹੀਂ ਸੀ ਕਰਦੇ, ਤਾਨਾ ਆਦਿ ਵਾਲਾ ਉਹ ਨਹੀਂ ਸੀ ਕਰਦੇ, ਪਰ ਉਹਦੇ 'ਚ ਰਸ ਜ਼ਿਆਦਾ ਸੀ। ਇੱਥੇ ਦੋ ਕਾਰਨ ਨੇ। ਇੱਕ ਕਾਰਨ ਹੈਗਾ ਕਿ ਅੰਦਰੋਂ ਭਿੱਜ ਕੇ ਗਾਉਣਾ। ਅੰਦਰੋਂ ਜਦੋਂ ਭਿੱਜ ਕੇ ਗਾਉਣਾ ਉਹ ਗੱਲ ਹੀ ਹੋਰ ਹੈ। ਉਹਦੇ ਵਾਸਤੇ ਇੱਕ ਪ੍ਰਮਾਣ ਦੇਣਾ, ਮੈਂ ਇੱਕ ਵਾਰੀ ਇੰਟਰਵਿਊ ਸੁਣਦਾ ਪਿਆ ਸੀ ਰੇਡੀਓ ਤੇ, ਆਸ਼ਾ ਭੋਸਲੇ ਜੀ ਦਾ, ਬੜੇ ਮਸ਼ਹੂਰ ਹੈਗੇ ਨੇ ਗਾਇਕ। ਉਹਨਾਂ ਨੇ ਕਿਹਾ ਕਿ ਇੱਕ ਕੋਈ ਗੀਤ ਗਾਉਣਾ ਸੀ ਤੇ ਉਹ ਗੀਤ ਸੀ ਭੈਣ ਭਰਾ ਦੇ ਸੀ, ਭੈਣ ਵੱਲੋਂ ਗੀਤ ਗਾਇਆ ਜਾਣਾ ਸੀ ਤੇ ਮੈਂ ਉਹ ਗੀਤ ਗਾਵਾਂ ਤੇ ਜਿਹੜਾ ਉਹ ਹੈਗਾ ਸੀ ਮਿਊਜ਼ਿਕ ਡਾਇਰੈਕਟਰ ਤੇ ਜਿਹੜੇ ਸੀ ਦੂਸਰੇ, ਉਹ ਆਖਣ ਨਹੀਂ, ਗੱਲ ਨਹੀਂ ਬਣੀ। 5-7 ਵਾਰੀ ਗਾਇਆ, ਉਹ ਆਖਣ ਨਹੀਂ। ਉਹ ਕਹਿੰਦੀ ਏ, ਆਸ਼ਾ ਭੋਸਲੇ ਕਹਿੰਦੀ ਏ, ਫਿਰ ਮੈਨੂੰ ਉਹਨੇ ਡਾਇਰੈਕਟਰ ਨੇ ਆਖਿਆ ਕਿ ਤੇਰਾ ਭਰਾ ਨਹੀਂ ਹੈਗਾ ਕੋਈ? ਆਖੇ ਹੈਗਾ। ਉਹਨੇ ਆਖਿਆ ਭਰਾ ਨੂੰ ਯਾਦ ਕਰਕੇ ਗਾ। ਉਹਨੇ ਆਖਿਆ ਚਲੋ ਮੈਂ ਭਰਾ ਨੂੰ ਯਾਦ ਕਰਕੇ ਗਾਇਆ, ਹਿੱਟ ਹੋ ਗਿਆ। ਉਹ ਗੱਲ ਹੀ ਬਦਲ ਗਈ ਨਾ ਫਿਰ। ਸੋ ਸੰਤ ਦਰਸ਼ਨ ਸਿੰਘ ਜੀ ਪ੍ਰੇਮ ਚ ਭਿੱਜ ਕੇ ਗਾਉਂਦੇ ਸੀ, ਉਹ ਅੰਦਰੋਂ ਸੀ ਇੱਕ ਗੱਲ। ਦੂਸਰਾ, ਜਿਹਨੂੰ ਪ੍ਰਕਿਰਤੀ ਦੀ ਦੇਣ ਹੈ, ਉੱਥੇ ਕੋਈ ਮੁਕਾਬਲਾ। ਜਿਹੜਾ ਨੈਚੁਰਲ ਟੈਲੈਂਟ ਹੈ ਜਿਹਨੂੰ, ਉਹ ਵੀ ਇੱਕ ਹੋਰ ਗੱਲ ਹੈ। ਫਿਰ ਜਿਹੜੀ ਇਹ ਤੇ ਇੱਕ ਪੱਖ ਹੈ, ਸਾਰਾ ਕੁਛ ਹੀ ਠੀਕ ਹੋਵੇ, ਭਿੱਜ ਕੇ ਵੀ ਗਾਇਆ ਜਾਵੇ, ਸਭ ਕੁਛ ਹੀ ਹੋਵੇ। ਸ਼ਾਸਤਰੀ ਸੰਗੀਤ ਤੇ ਸੁਗਮ ਸੰਗੀਤ ਦਾ ਫਰਕ ਇਹ ਹੈ ਜੀ ਕਿ ਸ਼ਾਸਤਰੀ ਸੰਗੀਤ ਜਿਹੜਾ ਹੈ ਉਹ ਹੈਗਾ ਸੂਖਮ ਕਲਾ, ਫਾਈਨ ਆਰਟ। ਕਲਾਸੀਕਲ ਮਿਊਜ਼ਿਕ ਇਜ਼ ਫਾਈਨ ਆਰਟ। ਉਹ ਜਿਹੜਾ ਫਾਈਨ ਆਰਟ ਹੈ, ਉਹ ਇਟ ਇਜ਼ ਆਲਵੇਜ਼ impossible for a common man to understand the fine art. ਸਾਰੀ ਦੁਨੀਆ 'ਚ ਇੱਕੋ ਹੀ ਹਾਲ ਹੈ। ਆਮ ਲੋਕਾਂ ਦੇ ਵਾਸਤੇ ਕਿਸੇ ਵੀ ਸੂਖਮ ਕਲਾ ਨੂੰ ਗ੍ਰਹਿਣ ਕਰਨਾ ਬਹੁਤ ਮੁਸ਼ਕਲ ਹੈ, ਨਹੀਂ ਕਰ ਸਕਦੇ। ਸੁਗਮ ਸੰਗੀਤ ਜਿਹੜਾ ਲਾਈਟ ਮਿਊਜ਼ਿਕ ਹੈ, ਉਹ ਆਮ ਬੰਦੇ ਨੂੰ ਸਮਝ ਆ ਜਾਂਦੀ। ਇਸ ਕਰਕੇ ਸਾਨੂੰ ਆਨੰਦ ਉਸ ਚੀਜ਼ ਦਾ ਆਉਂਦਾ ਜਿਹਦੀ ਸਾਨੂੰ ਸਮਝ ਆਉਂਦੀ। ਜਿਸ ਚੀਜ਼ ਦੀ ਸਾਨੂੰ, ਜਿਸ ਕਵਿਤਾ ਦੀ ਸਾਨੂੰ ਸਮਝ ਆਉਂਦੀ ਹੈ, ਉਹਦਾ ਸਾਨੂੰ ਆਨੰਦ ਆਉਂਦਾ। ਪੰਜਾਬੀ ਵਿੱਚ ਹੀ ਲਿਖੀ ਹੋਈ 2 ਕਵਿਤਾ ਨੇ, ਇੱਕ ਕਵਿਤਾ ਦੀ ਸਾਨੂੰ ਸਮਝ ਆਉਂਦੀ, ਇੱਕ ਦੀ ਨਹੀਂ ਆਉਂਦੀ। ਇੱਕ ਦਾ ਆਨੰਦ ਆਉਂਦਾ, ਦੂਜੀ ਦਾ ਨਹੀਂ ਆਉਂਦਾ। ਜਦੋਂ ਉਹਦੀ ਸਮਝ ਆ ਗਈ, ਉਦੋਂ ਉਹਦਾ ਵੀ ਆਨੰਦ ਹੈ। ਇਸੇ ਤਰ੍ਹਾਂ ਸੰਗੀਤ ਹੈ। ਜਿਨ੍ਹਾਂ ਨੂੰ ਜਦੋਂ ਇਹਦੀ ਸ਼ਾਸਤਰੀ ਸੰਗੀਤ ਦੀ ਸਮਝ ਆ ਗਈ, ਉਹਨਾਂ ਨੂੰ ਉਦੋਂ ਉਹਦਾ ਆਨੰਦ ਆਉਣ ਲੱਗ ਪਿਆ। ਸਤਿਗੁਰੂ ਜਗਜੀਤ ਸਿੰਘ ਨੇ ਕਿਰਪਾ ਕੀਤੀ ਨਾਮਧਾਰੀਆਂ ਨੂੰ, ਸ਼ਾਸਤਰੀ ਸੰਗੀਤ ਵਾੜ ਦਿੱਤਾ ਅੰਦਰ ਧੱਕੇ ਨਾਲ, ਤੇ ਪੂਰਬਾ ਜੀ ਵਰਗੇ ਵੀ ਤਾੜੀ ਦਿੰਦੇ ਸੀ ਤੇ ਸਾਰੇ ਕਰਦੇ ਸੀ ਨਾ। ਪਰ ਉਹ ਮਤਲਬ ਕਰ ਦਿੱਤਾ, ਇੰਜੈਕਸ਼ਨ ਲਾਤਾ, ਟੀਕਾ ਲਾਇਆ ਤੇ ਉਹ ਹੌਲੀ ਹੌਲੀ ਉਹਦਾ ਪ੍ਰਭਾਵ ਹੋ ਗਿਆ। ਪਰ ਕੁੱਲ ਮਿਲਾ ਕੇ ਆਮ ਸੰਗਤ ਨੂੰ, ਆਮ ਲੋਕਾਂ ਨੂੰ, ਭਾਵੇਂ ਉਹ ਪੱਛਮੀ ਸੰਗੀਤ ਹੈ, ਭਾਵੇਂ ਪੂਰਬੀ ਸੰਗੀਤ, ਵੈਸਟਰਨ ਮਿਊਜ਼ਿਕ, ਈਸਟਰਨ ਮਿਊਜ਼ਿਕ, ਇੰਡੀਅਨ, ਕੋਈ ਵੀ ਲਾ ਲਓ, ਕਲਾਸੀਕਲ ਤੇ ਲਾਈਟ, ਸੁਗਮ ਤੇ ਸ਼ਾਸਤਰੀ, ਦੋਵਾਂ ਦਾ ਹੀ ਇਹ ਬੜਾ ਵੱਡਾ ਫਰਕ ਰਹੇਗਾ ਕਿ ਸ਼ਾਸਤਰੀ ਸੰਗੀਤ ਫਟਾਫਟ ਆਮ ਬੰਦੇ ਨੂੰ ਸਮਝ ਨਹੀਂ ਆਏ, ਤੇ ਦੂਜਾ ਆ ਦੇਖੇ, ਇਹ ਫਰਕ ਰਹੇਗਾ ਹੀ ਰਹੇਗਾ। ਤੇ ਕੋਈ ਵੀ ਸੂਖਮ ਕਲਾ ਉਹ ਆਮ ਬੰਦੇ ਨੂੰ ਸਮਝ ਨਹੀਂ ਆਏਗੀ। ਇਹ ਹੈ ਜੀ ਉਹਦਾ ਵੱਡੀ ਗੱਲ ਇਹ ਹੈ। ਹੁਣ ਜਿਹੜਾ ਸਾਡਾ ਗੁਰਮਤਿ ਸੰਗੀਤ ਹੈ, ਗੁਰਮਤਿ ਸੰਗੀਤ ਦੇ ਵਿੱਚ ਸ਼ਾਸਤਰੀ ਸੰਗੀਤ ਵੀ ਹੈ ਤੇ ਸੁਗਮ ਸੰਗੀਤ ਵੀ ਹੈ। ਇਹਦੇ 'ਚ ਦੋਵੇਂ ਹੈਗੇ। ਤੇ ਜਿਹੜੀਆਂ 22 ਵਾਰਾਂ ਲਿਖੀਆਂ ਗਈਆਂ ਨੇ, ਆਸਾ ਦੀ ਵਾਰ ਜਿਹੜੀ ਹੈ, ਇਹ ਸ਼ੁਰੂ ਵਿੱਚ ਪੜ੍ਹੋ ਨਾ ਕੀ ਆਉਂਦਾ,
ਅਸ ਟੁੰਡੇ ਰਾਜੇ ਕੀ ਧੁਨੀ ਗਾਵਣ। ਉਹ ਉਦੋਂ ਵਾਰਾਂ ਗਾਈਆਂ ਜਾਂਦੀਆਂ ਸੀ, ਮਤਲਬ ਇੱਕ ਤਰ੍ਹਾਂ ਦੀ ਉਹ ਧੁਨ, ਇੱਕ ਟਿਊਨ ਸੀਗੀ ਜਿਹੜੀ ਵਾਰ ਗਾਉਣ ਵਾਸਤੇ ਉਦੋਂ ਡਿਵੈਲਪ ਹੋ ਚੁੱਕੀ ਸੀ ਸਾਡੇ ਤੋਂ ਪਹਿਲਾਂ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਉਹਦੇ ਅਨੁਸਾਰ ਇਹਨੂੰ ਪੜ੍ਹਨਾ। ਉਹ ਮੈਂ ਜੇ ਨਹੀਂ ਭੁੱਲਦਾ ਤੇ 22 ਤਰ੍ਹਾਂ ਦੀਆਂ ਨੇ ਜਿਹੜੀਆਂ ਉਸ ਵੇਲੇ ਪ੍ਰਚਲਿਤ ਸਨ। ਉਹਦੇ ਅਨੁਸਾਰ ਜਿਹੜਾ ਉਹ ਸਾਨੂੰ ਜਿਹੜਾ ਉਹ ਦੱਸਿਆ ਗਿਆ ਕਿ ਇਹ ਉਸ ਵਾਰ ਦੇ ਅਨੁਸਾਰ ਉਹਦੀ ਧੁਨ ਦੇ ਉੱਤੇ ਇਹਨੂੰ ਗਾਉਣਾ। ਵਾਰ ਕੀ ਹੁੰਦੀ ਹੈ? ਵਾਰ ਉਸ ਸਮੇਂ ਜਿਹੜੇ ਜਿਨ੍ਹਾਂ ਨੂੰ ਢਾਡੀ ਕਿਹਾ ਜਾਂਦਾ ਸੀ, ਉਹ ਢਾਡੀ ਜਿਹੜੇ ਸਨ, ਢਾਡੀ ਕੌਣ ਹੁੰਦੇ ਸੀ? ਜਿਹੜੇ ਯੁੱਧ ਦੀਆਂ ਵਾਰਾਂ ਗਾਉਂਦੇ ਸੀ। ਮਤਲਬ ਯੋਧਿਆਂ ਨੂੰ ਉਹਨਾਂ ਨੂੰ ਪ੍ਰਚੰਡ ਕਰਨ ਵਾਸਤੇ, ਤੇਜ਼ ਕਰਨ ਵਾਸਤੇ ਉਹ ਪਹਿਲੀਆਂ ਜੰਗਾਂ ਯੁੱਧਾਂ ਦੀਆਂ ਵਾਰਾਂ ਗਾਉਂਦੇ ਸੀ। ਉਹ ਸੀ, ਉਹਨੂੰ ਵਾਰ ਕਿਹਾ ਜਾਂਦਾ ਸੀ। ਉਹਦੇ ਵਿੱਚ ਉਹ ਵਾਰਤਕ ਵਿੱਚ ਪ੍ਰਸੰਗ ਵੀ ਸੁਣਾਉਂਦੇ ਸੀ, ਮਤਲਬ ਕਥਾ ਕਰਦੇ ਸੀ। ਇਸ ਤਰ੍ਹਾਂ ਕਹਿ ਲਓ, ਇੱਕ ਸਾਖੀ ਸੁਣਾਉਂਦੇ ਸੀ, ਫਲਾਣਾ ਬੰਦਾ ਗਿਆ, ਉੱਥੇ ਗਿਆ, ਉਹਨੇ ਆਹ ਕੀਤਾ, ਉਹਨੇ ਇਹਨੇ ਮਾਰਤੇ, ਉਹ ਆਹ ਹੋ ਗਿਆ, ਉਹ ਸ਼ਹੀਦ ਹੋ ਗਿਆ, ਕਰ ਕਰਾ ਕੇ ਸਾਰੀ ਸਾਖੀ। ਫਿਰ ਉਸ ਤੋਂ ਬਾਅਦ ਫਿਰ ਉਹਦੀ ਵਾਰ ਗਾ ਕੇ, ਫਿਰ ਉਹਦੀ ਗਾ ਕੇ ਪੜ੍ਹਦੇ ਸੀ। ਉਹ ਕਿਤੇ ਕਿਤੇ ਹੁਣ ਵੀ ਉਹ ਅਜੇ ਬਚਿਆ ਹੋਇਆ ਹੈ। ਮੈਂ ਛੋਟਿਆਂ ਹੁੰਦਿਆਂ ਮੈਨੂੰ ਢਾਡੀ ਦੀ ਵਾਰ ਸੁਣਾਉਂਦੇ ਹੁੰਦੇ ਸੀ, ਥੋੜਾ ਥੋੜਾ ਜਿਹਾ ਮੈਨੂੰ ਯਾਦ ਹੈ। ਉਹ ਹੈ ਜੀ ਵਾਰ। ਵਾਰ ਦਾ ਅਰਥ ਇਹ ਹੈ ਕਿ ਵਾਰ, WAR, ਵਾਰ। ਉਸ ਵਾਰ ਵਾਸਤੇ ਉਸ ਵਾਰ ਦੀ ਕਹਾਣੀ ਸੁਣਾ ਕੇ ਤੇ ਯੋਧਿਆਂ ਨੂੰ ਤਿਆਰ ਕਰਨਾ, ਉਹ ਹੈ ਜੀ ਵਾਰ। ਤੇ ਉਹਨਾਂ ਵਾਰਾਂ ਦੇ ਆਧਾਰ ਤੇ ਹੀ ਆਸਾ ਦੀ ਵਾਰ ਆਦਿ ਜਿੰਨੀਆਂ ਸਾਡੀਆਂ ਵਾਰਾਂ ਨੇ ਉਸ ਧੁਨ ਦੇ, ਉਸ ਟਿਊਨ ਦੇ ਉੱਤੇ ਬਣਾਈਆਂ। ਉਹ ਹੁਕਮ ਹੈ ਗਾਉਣ। ਇਹ ਹੈ ਜੀ ਸੰਖੇਪ ਦੇ ਵਿੱਚ ਸੰਗੀਤ ਦੀ ਵਿਆਖਿਆ। ਤੇ ਸਵਾਦ ਸਾਨੂੰ ਉਹਦਾ ਤਾਂ ਆਉਂਦਾ ਕਿਉਂਕਿ ਉਹ ਸੁਗਮ ਸੰਗੀਤ। ਦਸ਼ਮੇਸ਼ ਜੀ ਦੀ ਸਰਵੋਤਮ ਕਾਵਿ ਰਚਨਾ ਰਾਮ ਅਵਤਾਰ। ਰਾਮ ਅਵਤਾਰ ਦੇ ਛੋਟੇ ਜਿਹੇ ਪ੍ਰਸੰਗ ਵਿੱਚ ਲਿਖੇ ਅਤ ਮਨੋਹਰ, ਦੁਰਲਭ ਅਤੇ ਵਿਚਿੱਤਰ ਰੂਪ ਛੰਦਾਂ ਦੀ ਇਤਨੀ ਵੱਡੀ ਵਿਵਿਧਤਾ ਸਾਰੇ ਵਿਸ਼ਵ ਵਿੱਚ ਨਹੀਂ ਲੱਭ ਸਕਦੀ। ਇਸ ਕਰਕੇ ਮੈਂ ਇਸ ਰਚਨਾ ਨੂੰ ਗੁਰੂ ਜੀ ਦੀ ਆਪਣੀ ਰਚਨਾ ਮੰਨਦਾ ਹਾਂ। ਜੋ ਸੱਜਣ ਮੇਰੇ ਇਸ ਵਿਚਾਰ ਨਾਲ ਸਹਿਮਤ ਨਹੀਂ, ਉਹ ਵਿਵਾਦ ਕਰਨ ਦੀ ਥਾਂ ਇਸ ਨੂੰ ਉੱਤਮ ਸਾਹਿਤ ਮੰਨ ਲੈਣ, ਪਰ ਵਿਵਾਦ ਨਾ ਕਰਨ। ਇਸ ਸਮੇਂ ਪੰਥ ਵਿੱਚ ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਬਹੁਤ ਵੱਡਾ ਵਿਵਾਦ ਚੱਲ ਰਿਹਾ ਹੈ। ਇਹ ਗੁਰਬਾਣੀ ਹੈ ਜਾਂ ਨਹੀਂ? ਇਸ ਨੂੰ ਸਤਿਕਾਰ ਦੇਣਾ ਹੈ ਜਾਂ ਨਹੀਂ? ਕਈ ਤਾਂ ਇਹ ਕਹਿੰਦੇ ਨੇ ਕਿ ਇਹ ਗੁਰੂ ਰਚਨਾ ਹੈ ਪਰ ਗੁਰਬਾਣੀ ਨਹੀਂ। ਸੋ ਮੈਂ ਉਸ ਵਿਵਾਦ ਵਿੱਚ ਨਹੀਂ ਪੈਂਦਾ, ਕਿਉਂਕਿ ਗੁਰਬਾਣੀ ਵਿੱਚ ਬਚਨ ਹੈ, ਬਾਦ ਵਿਵਾਦ ਕਾਹੂ ਸਿਉ ਨਾ ਕੀਜੈ। ਮੈਂ ਉਸ ਵਿਵਾਦ ਨੂੰ ਛੱਡ ਕੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਜੋ ਬਾਣੀ ਮੌਜੂਦ ਹੈ, ਭਾਵੇਂ ਗੁਰੂ ਜੀ ਦੀ ਆਪਣੀ ਰਚਨਾ ਹੈ ਜਾਂ ਉਹਨਾਂ ਨੇ ਰਚਵਾਈ ਹੈ, ਉਸ ਵਿੱਚੋਂ ਇੱਕ ਵੰਨਗੀ ਸ੍ਰੇਸ਼ਟਤਮ ਕਵਿਤਾ ਦੇ ਰੂਪ ਵਿੱਚ ਆਪ ਜੀ ਨੂੰ ਛੰਦ ਵਿਆਖਿਆ ਸਹਿਤ ਪ੍ਰਸਤੁਤ ਕਰ ਰਿਹਾ ਹਾਂ। ਕਿਉਂਕਿ ਪੂਰੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਛੰਦਾਂ ਦੀ ਵਿਵਿਧਤਾ ਰਾਮ ਅਵਤਾਰ ਦੇ ਪ੍ਰਸੰਗ ਵਿੱਚ ਹੀ ਹੈ। ਜਿਵੇਂ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸਾਰੀ ਬਾਣੀ ਗੁਰੂ ਜੀ ਦੀ ਰਚੀ ਹੋਈ ਨਹੀਂ, ਹੋਰ ਬਹੁਤ ਸਾਰੇ ਮਹਾਂਪੁਰਖਾਂ ਦੀ ਬਾਣੀ ਵੀ ਹੈ। ਇਸੇ ਹੀ ਤਰ੍ਹਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਵੀ ਹੋਰ ਕਈ ਕਵੀਆਂ ਦੀ ਰਚਨਾ ਰੂਪੀ ਬਾਣੀ ਸੰਭਵ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਜੋ ਵੀ ਹੈ, ਜਿਸ ਰੂਪ ਵਿੱਚ ਵੀ ਹੈ, ਉਸ ਵਿੱਚੋਂ ਵਿਦਵਤਾ ਸਿੱਧ ਹੁੰਦੀ ਹੈ। ਇਸ ਤੱਤ ਤੋਂ ਕੋਈ ਮੁੱਕਰ ਨਹੀਂ ਸਕਦਾ। ਹਰ ਗੁਰਦੁਆਰੇ ਵਿੱਚ ਹਰ ਰੋਜ਼ ਰਹਿ ਰਸ ਵਿੱਚ ਪੜ੍ਹੇ ਜਾਣ ਵਾਲੇ ਪਾਏ ਗਏ ਜਬਤੇ ਵਾਲਾ ਸਵਈਆ ਅਤੇ ਗੋਬਿੰਦ ਦਾਸ ਤੁਹਾਰ ਵਾਲਾ ਦੋਹਰਾ ਰਾਮ ਅਵਤਾਰ ਦਾ ਹੀ ਹਿੱਸਾ ਹਨ। ਜੇ ਇਹ ਦੋਵੇਂ ਸ਼ਬਦ ਪੰਥ ਪ੍ਰਵਾਨਿਤ ਗੁਰਬਾਣੀ ਹਨ ਅਤੇ ਗੁਰਦੁਆਰਿਆਂ ਵਿੱਚ ਪੜ੍ਹੇ ਜਾ ਸਕਦੇ ਹਨ, ਤਾਂ ਬਾਕੀ ਦਾ ਰਾਮ ਅਵਤਾਰ ਗੁਰਬਾਣੀ ਕਿਉਂ ਨਹੀਂ?
कमर कृपान और कर में कलम गहे, कमर कृपान और कर में कलम गहे, सिंह कविगण के समाज में सुहाव तो, कुबरेश हंसराम मंगल की रचना को शोध, सेनापत से जो नकल कराव तो। लख अविद्य निज देश कवि कोविद एकत्र कर तर कलम अनूप रचियो जिह काव्य मनोहर। कोविद हुंदे ने विद्वान। तो 10वें पातशाह जी के वास्ते भाई कान सिंह जी ने ये बड़िया सुंदर तुकां लिखिया हुई ने कि सच्चे पातशाह कलम दे धनी अते कृपान दे धनी सन ते उन्होंने वड्डे विद्वान कवियां नूं बुला के किवें उन्होंने सानू विद्वान बनाया। लख अविद्य निज देश, असीं अविद्य भाव आपां अनपढ़ सां, साडा देश अनपढ़ सी, उन्होंने विद्वान बनाउण दी किरपा कीती। सो उपरोक्त तुकां ये सिद्ध करदियां हन कि सतगुरु गोबिंद सिंह जी भारत वासियां दे विद्या दाते सन। जे वो विद्या ना दिंदे तां आपां अनपढ़ ही रह जाना सी। इसे करके मैं ये एक नवा नारा बनाया है, विद्या दाते दशमेश प्रगटे आप परमेश। गुरु जी ने सानू विद्वान बनाउण वास्ते किरपा करके आप कविता रची अते रचवाई। 52 विद्वान कवि रखे। इतने विद्वान कवि इन्नी वड्डी गिणती विच किसे बादशाह दे दरबार विच भी कदी नहीं रखे गए। गुरु जी ने बहुत सारे औखे ग्रंथां दा सरल भाषा विच अते पंजाबी विच तर्जमा करवाया। श्री दसम ग्रंथ साहब जी दे एक वड्डे भाग नूं विचित्र नाटक नाम भी दिता गया है। उस समय अनेकां ग्रंथां दे रूप विच ਸਾਹਿਤ ਦੀ ਵੱਡੀ रचना होई, जिस विचों करीब 100वां भाग ही बचिया होया है, जिसनूं कि श्री दसम ग्रंथ साहिब जी कहा जाता है। इसका प्रतख प्रमाण श्री दसम ग्रंथ साहिब विच लिखे भगवान विष्णु जी दे 21वें अवतार कृष्ण अवतार दे प्रसंग चों मिलता है। जे जे कृष्ण चरित्र दिखाए, दसम बीच सब भाख सुनाए, 11 सहस 92 छंदा, कहे दसम पुर बैठ आनंदा। उस समय कृष्ण अवतार दे 11,092 छंद रचे गए सन, जबकि इस समय केवल 2492 छंद ही सानू श्री दसम ग्रंथ साहब जी विच मिलते हैं। इसे करके इस कृष्ण अवतार दे विच महाभारत की कथा नहीं मिलती अते होर बहुत सारे प्रसंग सानू नहीं लभदे। सर्वलोक ग्रंथ अते गोविंद गीता आदि कुछ ऐसे ग्रंथ मिलते हैं जो गुरु जी दे आप दे रचे या रचवाए उस ਸਾਹਿਤ विचों हो सकते हैं। जदों सतगुरु जी ने आनंदपुर साहिब छड्डिया, उस समय जिथे होर बहुत वड्डे नुकसान होए, उत्थे उसे समय दौरान उस कीमती ਸਾਹਿਤ ਦਾ भी बहुत वड्डा हिस्सा सिख पंथ हथों जाता रहा। श्री दसम ग्रंथ साहिब जी विच अति उत्तम कोटि दे ਸਾਹਿਤ ਦੀ रचना है ਅਤੇ श्रेष्ठतम कविता उस विच विद्यमान है। दुख की गल यह है कि सिख पंथ ने उस उत्तम कविता रूपी ਸਾਹਿਤ रचना वाल पूरा ध्यान नहीं दिता, पर उस बारे विवाद जरूर छेड़ दिता। सिख वीरो, सिख धर्म श्रद्धा पूर्वक विश्वास का विषय है। खोज करके तर्क नाल श्रद्धा घटाउण का विषय नहीं। इसलिए खोज वो होनी चाहिए है जिस नाल श्रद्धा वधे, विश्वास दृढ़ होवे, विवादां दा हल कढ के समाज नूं शांति मार्ग की सही सेध देण नाल विद्वता सिद्ध हुंदी है। नवे विवाद खड़े करके समाज नूं भंबल भूसे पाउणा विद्वता नहीं है। सतगुरु जी ने सानू विद्वान बनाया है, इसलिए सिख पंथ नूं अपने गुरु जी की सिक्ख्या नूं धारण करते हुए आप विद्वान बनना चाहिए है, क्योंकि विद्वान ही राज करते हैं, विद्वान ही हर थां उत्ते मान पाउंदे हैं। जिस वास्ते गुरबाणी विच भी लिखिया होया है, गुर प्रसादी विद्या विचारै पढ़ पढ़ पावै मान। मेरी बेनती है आपां नूं श्री दसम ग्रंथ साहिब बारे विवाद रहत सोच बना के इस नूं विद्या स्रोत अते उत्तम ਸਾਹਿਤ ਦੇ रूप विच लै के उत्तम कविता का आनंद माण के विद्या दाते दशमेश जी नूं याद करते हुए आप भी उत्तम ਸਾਹਿਤ की उत्तम कविता रचनी चाहिए है। श्री दसम ग्रंथ साहिब विच भगवान विष्णु जी के 24 अवतारां दीयां कथावां लिखियां होईयां हन।
ਜਿਨ੍ਹਾਂ ਵਿੱਚੋਂ 20ਵੀਂ ਕਥਾ ਰਾਮ ਅਵਤਾਰ ਦੀ ਹੈ, ਜਿਸ ਬਾਰੇ ਇਸ ਵੇਲੇ ਮੋਦੀ ਜੀ ਨੇ ਕਿਹਾ ਕਿ ਗੋਬਿੰਦ ਰਾਮਾਇਣ ਲਿਖੀ ਗਈ ਹੈ, ਅਤੇ ਇਸੇ ਰਾਮਾ ਅਵਤਾਰ ਦੇ ਬਾਰੇ ਭਾਸ਼ਾ ਵਿਭਾਗ ਪੰਜਾਬ ਅਤੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਮਾਇਣ ਕਰਕੇ ਇੱਕ ਪੁਸਤਕ ਵੀ 1967 ਵਿੱਚ ਛਾਪੀ ਹੈ। ਇਸ ਰਾਮ ਅਵਤਾਰ ਵਿੱਚ 70 ਕਿਸਮ ਦੇ ਛੰਦ ਅੰਕਿਤ ਹਨ। ਆਪਾਂ ਉਹਨਾਂ ਦਾ ਰੂਪ ਜਾਣੀਏ ਅਤੇ ਉਹਨਾਂ ਦਾ ਆਨੰਦ ਮਾਣੀਏ। ਗੁਰੂ ਜੀ ਦੇ ਪੂਰਨਿਆਂ ਉੱਤੇ ਚੱਲਦੇ ਹੋਏ ਐਸੇ ਵਿਲੱਖਣ ਅਤੇ ਮਨੋਹਰ ਛੰਦਾਂ ਵਿੱਚ ਛੰਦਬੱਧ ਰਚਨਾ ਆਪਾਂ ਵੀ ਕਰਨੀ ਸ਼ੁਰੂ ਕਰੀਏ। ਜੋ ਪੁਰਾਣਿਕ ਕਥਾਵਾਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਲਿਖੀਆਂ ਹਨ, ਕੁਝ ਸੱਜਣ ਕਹਿੰਦੇ ਹਨ ਕਿ ਐਸੀਆਂ ਹਿੰਦੂ ਮਿਥਿਹਾਸਕ ਕਥਾਵਾਂ ਗੁਰੂ ਜੀ ਨਹੀਂ ਲਿਖ ਸਕਦੇ ਅਤੇ ਇਹ ਕਥਾਵਾਂ ਦਾ ਸਿੱਖਾਂ ਨਾਲ ਕੋਈ ਸੰਬੰਧ ਹੀ ਨਹੀਂ। ਉਹਨਾਂ ਸੱਜਣਾਂ ਨੂੰ ਆਪ ਵਿਚਾਰਨ ਦੀ ਲੋੜ ਹੈ ਕਿ ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਐਸੀਆਂ ਹਿੰਦੂ ਪੁਰਾਣਿਕ ਕਥਾਵਾਂ ਨਾਲ ਭਰਪੂਰ ਹੈ। ਆਦਿ ਬਾਣੀ ਵਿੱਚ ਲਿਖੀਆਂ ਪੁਰਾਣਿਕ ਕਥਾਵਾਂ ਅਤੇ ਉਹਨਾਂ ਦੀ ਪ੍ਰੋੜਤਾ ਸਿਰਫ ਭਗਤ ਬਾਣੀ ਵਿੱਚ ਹੀ ਨਹੀਂ, ਗੁਰੂ ਜੀ ਦੀ ਆਪਣੀ ਬਾਣੀ ਵਿੱਚ ਵੀ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਨਾਭ ਕਮਲ ਤੇ ਬ੍ਰਹਮਾ ਉਪਜੇ। ਇਸੇ ਤਰ੍ਹਾਂ ਅੰਤਰ ਕੇਵਲ ਇਤਨਾ ਹੈ ਕਿ ਆਦਿ ਬਾਣੀ ਵਿੱਚ ਐਸੀਆਂ ਕਥਾਵਾਂ ਸੰਖੇਪ ਵਿੱਚ ਹਨ ਜੋ ਦਸਮ ਬਾਣੀ ਵਿੱਚ ਵਿਸਤਾਰ ਪੂਰਵਕ ਹਨ। ਉਦਾਹਰਨ ਵਾਸਤੇ ਪ੍ਰਮਾਣ ਹੈ, ਧਰਣੀ ਧਰ ਈਸ ਨਰਸਿੰਘ ਨਾਰਾਇਣ ਦਾੜਾ ਅਗਰੇ ਪ੍ਰਥਮ ਤਰਾਇਣ 52 ਰੂਪ ਕੀਆ ਤੁਧ ਕਰਤੇ ਸਭ ਹੀ ਸੇਤੀ ਹੈ ਚੰਗਾ। ਸ੍ਰੀ ਰਾਮਚੰਦ ਜਿਸ ਰੂਪ ਨ ਰੇਖਿਆ ਬਨਵਾਲੀ ਚੱਕਰਪਾਣ ਦਰਸ ਅਨੂਪਿਆ। ਮਾਰੂ ਮਹਲਾ ਪੰਜਵਾਂ ਅੰਗ 1082। ਪੰਜਵੇਂ ਪਾਤਸ਼ਾਹ ਦਾ ਸ੍ਰੀ ਮੁਖ ਵਾਕ ਹੈ। ਕੀ ਆਪਾਂ ਇਹਨਾਂ ਨੂੰ ਕੱਢ ਦਿਆਂਗੇ ਕਿ ਪੁਰਾਣੇ ਕਥਾਵਾਂ ਨੇ ਤੇ ਹਿੰਦੂਆਂ ਦੀਆਂ ਕਥਾਵਾਂ ਨੇ? ਉਪਰੋਕਤ ਆਦਿ ਬਾਣੀ ਦੀਆਂ ਤੁਕਾਂ ਵਿੱਚ 8 ਅਵਤਾਰਾਂ ਦਾ ਵਿਸ਼ਨੂੰ ਅਵਤਾਰ, ਸ਼ੇਸ਼ਨਾਗ ਅਵਤਾਰ, ਨਰਸਿੰਘ ਅਵਤਾਰ, ਨਾਰਾਇਣ ਅਵਤਾਰ, ਵਰਾਹ ਅਵਤਾਰ, ਵਾਮਨ ਅਵਤਾਰ, ਰਾਮ ਅਵਤਾਰ, ਕ੍ਰਿਸ਼ਨ ਅਵਤਾਰ ਜ਼ਿਕਰ ਸਤਿਗੁਰੂ ਜੀ ਨੇ ਆਪਣੀ ਰਚਨਾ ਤੋਂ ਆਪ ਕੀਤਾ ਹੈ ਅਤੇ ਇਹਨਾਂ ਨੂੰ ਪ੍ਰਭੂ ਅਵਤਾਰ ਮੰਨਿਆ ਹੈ। ਇਸ ਤੋਂ ਬਿਨਾਂ ਹੋਰ ਵੀ ਬੜੇ ਥਾਵਾਂ ਤੇ ਬੜੀ ਤਰ੍ਹਾਂ ਦੇ ਇਸੇ ਪ੍ਰਕਾਰ ਦੀਆਂ ਕਥਾਵਾਂ ਦੇ ਵਿੱਚ ਇਹਨਾਂ ਮਹਾਂਪੁਰਖਾਂ ਦੇ ਪ੍ਰਭੂ ਦੇ ਚਰਿੱਤਰਾਂ ਦਾ ਉਹਨਾਂ ਨੂੰ ਅਵਤਾਰ ਮੰਨ ਕੇ ਗੁਰੂ ਜੀ ਨੇ ਜ਼ਿਕਰ ਕੀਤਾ ਹੈ। ਛੰਦ ਦੀ ਜਾਤੀ ਜਾਣਨ ਵਾਸਤੇ ਛੰਦ ਦੇ ਅੱਖਰ, ਗਣ ਅਤੇ ਮਾਤਰਾ ਗਿਣ ਕੇ ਉਸ ਦਾ ਰੂਪ ਜਾਣਿਆ ਜਾ ਸਕਦਾ ਹੈ। ਕਾਵਿ ਸ਼ਾਸਤਰ ਅਨੁਸਾਰ ਛੰਦ 4 ਪ੍ਰਕਾਰ ਦੇ ਹੁੰਦੇ ਹਨ, ਮਾਤਰਿਕ ਛੰਦ, ਵਰਣਿਕ ਛੰਦ ਅਤੇ ਗਣ ਛੰਦ। ਤਿੰਨਾਂ ਨੂੰ ਮਿਲਾ ਕੇ ਚੌਥਾ ਰੂਪ ਮਿਸ਼ਰਿਤ ਛੰਦ ਬਣਦਾ ਹੈ। ਇੱਥੇ ਛੰਦਾਂ ਦੇ ਨਾਮ ਇਸ ਲੇਖ ਵਿੱਚ ਅੱਖਰ ਕ੍ਰਮ ਅਨੁਸਾਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਸੋਰਠਾ, ਦੋਹਰਾ, ਸੰਗੀਤ ਛਪੈ ਅਤੇ ਛਪੈ ਤੋਂ ਬਿਨਾਂ ਇੱਥੇ ਲਿਖੇ ਸਾਰੇ ਬਾਕੀ ਛੰਦਾਂ ਦੀਆਂ 4 ਤੁਕਾਂ ਹਨ। ਇਸ ਕਰਕੇ ਮੇਰੀ ਬੇਨਤੀ ਹੈ, ਆਪਾਂ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਵਿਵਾਦ ਰਹਿਤ ਸੋਚ ਬਣਾ ਕੇ ਇਸ ਨੂੰ ਵਿਦਿਆ ਸਰੋਤ ਅਤੇ ਉੱਤਮ ਸਾਹਿਤ ਦੇ ਰੂਪ ਵਿੱਚ ਲੈ ਕੇ ਉੱਤਮ ਕਵਿਤਾ ਦਾ ਆਨੰਦ ਮਾਣ ਕੇ ਵਿਦਿਆ ਦਾਤੇ ਦਸ਼ਮੇਸ਼ ਜੀ ਨੂੰ ਯਾਦ ਕਰਦੇ ਹੋਏ ਆਪ ਵੀ ਉੱਤਮ ਸਾਹਿਤ ਦੀ ਉੱਤਮ ਕਵਿਤਾ ਰਚਣੀ ਚਾਹੀਦੀ ਹੈ।